ਹੈਲੋ ਸਟੂਡੈਂਟਸ, ਅੱਜ ਅਸੀਂ ਗੱਲ ਕਰਾਂਗੇ ਸਾਡੇ ਟੌਪਿਕ ਆਰਗੇਨਾਈਜੇਸ਼ਨ ਮੇਨਟੇਨ ਹੈਲਥ ਸੇਫਟੀ ਐਂਡ ਸਿਕਿਉਰਿਟੀ ਐਟ ਵਰਕ ਪਲੇਸ ਟੌਪਿਕ ਉੱਪਰ। ਆਓ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਹੈਲਥ ਸੇਫਟੀ ਐਂਡ ਸਿਕਿਉਰਿਟੀ ਬਾਰੇ। ਕਿਸੇ ਸੰਸਥਾ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਉਸਦੇ ਮਾਲਿਕ ਨੂੰ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਸੇਫਟੀ ਨੂੰ ਯਕੀਨੀ ਬਣਾਉਣਾ ਪੈਂਦਾ ਹੈ। ਸਿਹਤ ਅਤੇ ਸੁਰੱਖਿਆ ਕੰਮ ਦੇ ਵਾਤਾਵਰਣ ਦਾ ਇੱਕ ਅਨਿੱਖੜਵਾਂ ਅੰਗ ਹਨ। ਕੰਮ ਦਾ ਮਾਹੌਲ ਕਰਮਚਾਰੀ ਲਈ ਚੰਗਾ ਹੋਣਾ ਚਾਹੀਦਾ ਹੈ ਅਤੇ ਇਹ ਦੁਰਘਟਨਾ ਮੁਕਤ ਹੋਣਾ ਚਾਹੀਦਾ ਹੈ। ਹੈਲਥ ਸੇਫਟੀ ਐਂਡ ਸਿਕਿਉਰਿਟੀ ਸ਼ਬਦ ਇੱਕ ਦੂਜੇ ਨਾਲ ਨਜ਼ਦੀਕੀ ਨਾਲ ਸੰਬੰਧ ਰੱਖਦੇ ਹਨ। ਹੈਲਥ ਤੰਦਰੁਸਤੀ ਦੀ ਆਮ ਅਵਸਥਾ ਹੈ। ਇਸ ਵਿੱਚ ਨਾ ਕੇਵਲ ਸਰੀਰਕ ਤੰਦਰੁਸਤੀ ਸਗੋਂ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਵੀ ਸ਼ਾਮਲ ਹੁੰਦੀ ਹੈ। ਸੇਫਟੀ ਦਾ ਮਤਲਬ ਹੈ ਕਿਸੇ ਕਰਮਚਾਰੀ ਦੀ ਸਰੀਰਕ ਤੰਦਰੁਸਤੀ ਦੀ ਰੱਖਿਆ ਕਰਨ ਦਾ ਕੰਮ। ਇਸ ਵਿੱਚ ਮਸ਼ੀਨਰੀ, ਅੱਗ ਜਾਂ ਬਿਮਾਰੀਆਂ ਕਰਕੇ ਹੋਣ ਵਾਲੇ ਹਾਦਸਿਆਂ ਦਾ ਖਤਰਾ ਸ਼ਾਮਿਲ ਹੋਵੇਗਾ। ਸਿਕਿਉਰਿਟੀ ਦਾ ਮਤਲਬ ਹੈ ਅਣਅਧਿਕਾਰਿਤ ਪਹੁੰਚ ਤੋਂ ਸੁਵਿਧਾਵਾਂ ਅਤੇ ਸਾਜ਼ੋ ਸਮਾਨ ਦੀ ਰੱਖਿਆ ਕਰਨਾ। ਹੁਣ ਅਸੀਂ ਦੇਖਦੇ ਹਾਂ ਇੰਪੋਰਟੈਂਸ ਆਫ ਹੈਲਥ ਐਂਡ ਸੇਫਟੀ ਇਨ ਦੀ ਵਰਕ ਪਲੇਸ। ਕਿਸੇ ਵੀ ਵਰਕ ਪਲੇਸ ਵਿੱਚ ਸਿਹਤ ਅਤੇ ਸੁਰੱਖਿਆ ਅਧਿਨਿਯਮ ਕਰਮਚਾਰੀਆਂ ਅਤੇ ਰੁਜ਼ਗਾਰਦਾਤਾ ਦੀ ਭਲਾਈ ਵਾਸਤੇ ਮਹੱਤਵਪੂਰਨ ਹੁੰਦੇ ਹਨ। ਅੱਜ ਦੇ ਕਾਰਜ ਵਾਤਾਵਰਣਾਂ ਵਿੱਚ ਬਹੁਤ ਸਾਰੇ ਖਤਰੇ ਮੌਜੂਦ ਹਨ ਅਤੇ ਇਹਨਾਂ ਖਤਰਿਆਂ ਤੋਂ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣਾ ਰੁਜ਼ਗਾਰਦਾਤਾ ਦਾ ਕੰਮ ਹੁੰਦਾ ਹੈ। ਇੱਕ ਅਜਿਹਾ ਕੰਮ ਹੈ ਜਿਸ ਵਿੱਚ ਓਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ ਦੁਆਰਾ ਤੈਅ ਕੀਤੇ ਗਏ ਕਿੱਤਾਕਾਰੀ ਸੁਰੱਖਿਆ ਮਿਆਰਾਂ ਅਤੇ ਅਧਿਨਿਯਮਾਂ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਓਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ ਇਹ ਯਕੀਨੀ ਬਣਾਉਂਦੇ ਹਨ ਕਿ ਸਿਹਤ ਅਤੇ ਸੁਰੱਖਿਆ ਵਾਸਤੇ ਉਹਨਾਂ ਦੀਆਂ ਸਾਰੀਆਂ ਸੇਧਾਂ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਕਾਰੋਬਾਰ ਬੰਦ ਹੋ ਸਕਦਾ ਹੈ। ਇਸ ਦੇ ਹੋਰ ਵੀ ਕੁਝ ਮਹੱਤਵਪੂਰਨ ਕਾਰਨ ਹਨ। ਬਿਮਾਰੀ ਅਤੇ ਸੱਟਾਂ ਦੀ ਰੋਕਥਾਮ ਕਰਨਾ, ਗੰਭੀਰ ਸਿੱਟਿਆਂ ਤੋਂ ਬਚਾਅ ਕਰਨਾ, ਸਿਹਤ ਅਤੇ ਸੁਰੱਖਿਆ ਦੇ ਜੋਖਮ ਨੂੰ ਘੱਟ ਕਰਨਾ। ਹੁਣ ਅਸੀਂ ਦੇਖਦੇ ਹਾਂ ਵਰਕ ਪਲੇਸ ਸੇਫਟੀ ਟਿਪਸ, ਜਨਰਲ ਪ੍ਰੀਕਾਸ਼ਨ ਤੇ ਸੇਫਟੀ ਇਜ਼ ਅ ਟੀਮ ਐਫਰਟ। ਸਭ ਤੋਂ ਪਹਿਲਾਂ ਅਸੀਂ ਜਨਰਲ ਪ੍ਰੀਕਾਸ਼ਨਸ ਟਿਪਸ ਬਾਰੇ ਗੱਲ ਕਰਾਂਗੇ। ਤੁਹਾਡੀ ਸੁਰੱਖਿਆ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੁੰਦੀ ਹੈ। ਹਮੇਸ਼ਾ ਸਹੀ ਪ੍ਰਕਿਰਿਆ ਦੀ ਪਾਲਣਾ ਕਰੋ, ਕਦੇ ਵੀ ਸ਼ਾਰਟਕਟ ਨਾ ਅਪਣਾਓ। ਜੇ ਤੁਹਾਡੇ ਤੋਂ ਕੋਈ ਗੜਬੜ ਹੋ ਗਈ ਹੈ ਤਾਂ ਉਸ ਦੀ ਜ਼ਿੰਮੇਵਾਰੀ ਲਓ ਤੇ ਉਸ ਨੂੰ ਸੁਧਾਰੋ। ਆਪਣੇ ਕਾਰਜ ਸਥਾਨ ਨੂੰ ਸਾਫ਼ ਕਰੋ ਅਤੇ ਵਿਵਸਥਿਤ ਕਰੋ। ਸੰਕਟਕਾਲੀਨ ਨਿਕਾਸਾਂ ਅਤੇ ਸਾਜ਼ੋ ਸਮਾਨ ਵਾਸਤੇ ਇੱਕ ਸਪਸ਼ਟ ਅਤੇ ਆਸਾਨ ਰਸਤਾ ਯਕੀਨੀ ਬਣਾਓ। ਕੰਮ 'ਤੇ ਸੁਚੇਤ ਰਹੋ ਅਤੇ ਜਾਗਦੇ ਰਹੋ। ਆਪਣੇ ਕੰਮ ਦੇ ਆਲੇ ਦੁਆਲੇ ਹਰ ਸਮੇਂ ਧਿਆਨ ਰੱਖੋ। ਜਦੋਂ ਕੋਈ ਸ਼ੱਕ ਹੋਵੇ ਤਾਂ ਆਪਣੇ ਸੁਪਰਵਾਈਜ਼ਰ ਜਾਂ ਮੈਨੇਜਰ ਨਾਲ ਨਿਰਦੇਸ਼, ਮਾਰਗਦਰਸ਼ਨ ਜਾਂ ਸਿਖਲਾਈ ਵਾਸਤੇ ਸੰਪਰਕ ਕਰੋ। ਜਦ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਕਦੇ ਵੀ ਜੋਖਮ ਨਾ ਲਵੋ। ਸੁਰੱਖਿਆ ਚਿੰਨ੍ਹਾਂ, ਸਟਿੱਕਰਾਂ ਅਤੇ ਟੈਗਾਂ ਦੀ ਪਾਲਣਾ ਕਰੋ। ਜਦੋਂ ਤੁਸੀਂ ਕੋਈ ਵੀ ਲੰਬੇ ਸਮੇਂ ਤੱਕ ਇੱਕੋ ਕੰਮ ਕਰ ਰਹੇ ਹੋ ਤਾਂ ਉਸ ਵਿੱਚ ਸਹੀ ਮੁਦਰਾ ਦੇ ਵਿੱਚ ਬੈਠੋ, ਖੜੇ ਹੋਵੋ ਜਾਂ ਪੈਦਲ ਚੱਲੋ। ਕੋਈ ਵੀ ਗੰਭੀਰ ਸੱਟ ਦੀ ਰਿਪੋਰਟ ਤੁਰੰਤ ਕਿਸੇ ਸੁਪਰਵਾਈਜ਼ਰ ਨੂੰ ਕਰੋ ਅਤੇ ਸੰਕਟਕਾਲੀਨ ਸਹਾਇਤਾ ਪ੍ਰਾਪਤ ਕਰੋ। ਚੀਜ਼ਾਂ ਨੂੰ ਪ੍ਰਪੇਖ ਕਰੋ, ਖਤਰੇ ਬੇਅੰਤ ਹੋ ਸਕਦੇ ਹਨ, ਇਸ ਲਈ ਸਭ ਤੋਂ ਪਹਿਲਾਂ ਸੰਭਾਵਿਤ ਜੋਖਮਾਂ 'ਤੇ ਪਹਿਲਾਂ ਧਿਆਨ ਕੇਂਦਰਿਤ ਕਰੋ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸੇਫਟੀ ਇਜ਼ ਅ ਟੀਮ ਐਫਰਟ। ਕਾਰਜ ਸਥਾਨ ਵਿੱਚ ਹਰ ਕਿਸੇ ਨੂੰ ਸੁਰੱਖਿਆ ਲੋੜਾਂ ਵਾਸਤੇ ਸਿੱਖਿਅਤ ਕਰੋ ਅਤੇ ਕਾਰਜ ਸਥਾਨ ਸੁਰੱਖਿਆ ਨੁਕਤਿਆਂ ਦੀ ਇੱਕ ਸੂਚੀ ਪੋਸਟ ਕਰਨ 'ਤੇ ਵਿਚਾਰ ਕਰੋ। ਇੱਕ ਕਾਰਜ ਸਥਾਨ ਸੁਰੱਖਿਆ ਸਿਖਲਾਈ ਉਹਨਾਂ ਨੂੰ ਕਾਰਜ ਸਥਾਨ ਵਿੱਚ ਵਾਪਰਨ ਵਾਲੀਆਂ ਸੱਟਾਂ ਅਤੇ ਬਿਮਾਰੀਆਂ ਨੂੰ ਘੱਟ ਕਰਨ ਜਾਂ ਇਹਨਾਂ ਨੂੰ ਖਤਮ ਕਰਨ ਵਿੱਚ ਮਦਦ ਕਰੇਗੀ।
ਇੱਕ ਸੁਰੱਖਿਅਤ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਅਤੇ ਬਣਾਈ ਰੱਖਣ ਲਈ ਹਮੇਸ਼ਾ ਆਪਣੇ ਸਹਿਕਰਮੀਆਂ, ਮਾਲਕਾਂ ਜਾਂ ਕਰਮਚਾਰੀਆਂ ਨਾਲ ਸੰਚਾਰ ਲਾਈਨਾਂ ਨੂੰ ਖੁੱਲ੍ਹਾ ਕਰੋ। ਉਨ੍ਹਾਂ ਖਤਰਿਆਂ ਤੋਂ ਸੁਚੇਤ ਰਹੋ ਜੋ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ, ਨਾ ਕਿ ਸਿਰਫ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਵੀ। ਕਿਸੇ ਖਤਰਨਾਕ ਅਵਸਥਾ ਦੀ ਰਿਪੋਰਟ ਤੁਰੰਤ ਆਪਣੇ ਮੈਨੇਜਰ ਜਾਂ ਸੁਪਰਵਾਈਜ਼ਰ ਨੂੰ ਕਰੋ। ਇਸ ਬਾਰੇ ਸੁਚੇਤ ਰਹੋ ਕਿ ਜੋ ਲੋਕ ਤੁਹਾਡੇ ਆਸ-ਪਾਸ ਹਨ ਉਹ ਕੀ ਕਰ ਰਹੇ ਹਨ ਅਤੇ ਇਹ ਯਕੀਨੀ ਬਣਾਓ ਕਿ ਉਹਨਾਂ ਨੂੰ ਤੁਹਾਡੀ ਵਜ੍ਹਾ ਨਾਲ ਕੋਈ ਖਤਰਾ ਨਾ ਪੈਦਾ ਹੋਵੇ। ਹੁਣ ਅਸੀਂ ਗੱਲ ਕਰਾਂਗੇ ਸੇਫ ਹੈਂਡਲਿੰਗ ਆਫ ਇਕਵਿਪਮੈਂਟ ਐਂਡ ਮਟੀਰੀਅਲ। ਕੋਈ ਵੀ ਇਕਵਿਪਮੈਂਟ ਜਾਂ ਮਟੀਰੀਅਲ ਨੂੰ ਚੱਕਦੇ ਸਮੇਂ ਜਾਂ ਉਸ ਦੀ ਵਰਤੋਂ ਕਰਦੇ ਸਮੇਂ ਅਸੀਂ ਕਿਵੇਂ ਆਪਣੇ ਆਪ ਨੂੰ ਸੇਫ ਤੇ ਹੈਲਦੀ ਰੱਖਣਾ ਹੈ। ਕਿਸੇ ਭਾਰੀ ਜਾਂ ਕੰਕਰ ਵਾਲੀ ਚੀਜ਼ ਨੂੰ ਚੁੱਕਦੇ ਸਮੇਂ ਹਮੇਸ਼ਾ ਦੋਨੇ ਹੱਥਾਂ ਦੀ ਵਰਤੋਂ ਕਰੋ। ਇਸ ਲਈ ਤੁਸੀਂ ਐਰਗੋਨੋਮਿਕਸ ਸਟੱਡੀ ਦੀ ਪਾਲਣਾ ਕਰ ਸਕਦੇ ਹੋ, ਜਿਸ ਵਿੱਚ ਦੱਸਿਆ ਜਾਂਦਾ ਹੈ ਤੁਸੀਂ ਵਰਕਪਲੇਸ ਵਿੱਚ ਕਿਸ ਤਰ੍ਹਾਂ ਉੱਠਣਾ ਹੈ, ਕਿਸ ਤਰ੍ਹਾਂ ਨਾਲ ਬੈਠਣਾ ਹੈ ਤੇ ਕੋਈ ਜਦੋਂ ਤੁਸੀਂ ਵਜ਼ਨ ਵਾਲੀ ਚੀਜ਼ ਉਠਾਉਂਦੇ ਹੋ ਤਾਂ ਉਸ ਨੂੰ ਕਿਵੇਂ ਚੁੱਕਣਾ ਹੈ। ਚੁੱਕਣ ਵਾਸਤੇ ਕੋਈ ਵੀ ਉਚਿਤ ਸਟੈਂਡ ਬਣਾਓ ਜਾਂ ਏਡਸ ਯੂਜ਼ ਕਰੋ। ਆਪਣੀਆਂ ਲੱਤਾਂ 'ਤੇ ਦਬਾਅ ਪਾਓ, ਆਪਣੀ ਪਿੱਠ ਦੇ ਉੱਪਰ ਜ਼ਿਆਦਾ ਦਬਾਅ ਪਾਓ। ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਚੁੱਕਣ ਤੋਂ ਪਹਿਲਾਂ ਭਾਰ ਦੀ ਜਾਂਚ ਕਰ ਲਓ। ਅਗਰ ਉਹ ਪੋਸੀਬਲ ਹੈ ਤਾਂ ਹੀ ਉਸ ਨੂੰ ਚੱਕੋ। ਜੇ ਕੰਮ ਭਾਰੀ ਹੈ ਤੇ ਤੁਹਾਡੀ ਪਿੱਠ ਦੀ ਸੰਵੇਦਨਸ਼ੀਲਤਾ ਵੱਲ ਵੀ ਧਿਆਨ ਦਿਓ। ਆਪਣੇ ਪੈਰਾਂ ਨੂੰ ਹਿਲਾਓ, ਨਾ ਕਿ ਆਪਣੀ ਪਿੱਠ ਦੇ ਉੱਪਰ ਜ਼ਿਆਦਾ ਵਜ਼ਨ ਦਿਓ। ਹੌਲੀ ਹੌਲੀ ਸਮਾਨ ਨੂੰ ਉੱਪਰ ਚੱਕੋ। ਆਪਣੇ ਭਾਰ ਨੂੰ ਆਪਣੇ ਸਰੀਰ ਦੇ ਨੇੜੇ ਰੱਖੋ, ਇਸ ਨਾਲ ਤਣਾਅ ਘਟਦਾ ਹੈ। ਜੇ ਭਾਰ ਚੁੱਕਣਾ ਤੁਹਾਡੇ ਇਕੱਲੇ ਦੇ ਵੱਸ ਦੇ ਵਿੱਚ ਨਹੀਂ ਹੈ ਤਾਂ ਉਸ ਵਿੱਚ ਕੋਈ ਸ਼ਰਮ ਨਾ ਕਰੋ ਅਤੇ ਕਿਸੇ ਦੀ ਮਦਦ ਮੰਗ ਲਵੋ। ਜੇ ਤੁਹਾਡੀ ਨੌਕਰੀ ਵਿੱਚ ਉਚਾਈਆਂ ਸ਼ਾਮਿਲ ਹਨ ਤਾਂ ਸੁਰੱਖਿਆ ਹਾਰਨਾਂ ਦੀ ਵਰਤੋਂ ਜ਼ਰੂਰ ਕਰੋ। ਇਹ ਯਕੀਨੀ ਬਣਾਓ ਕਿ ਜਿਸ ਫਰਸ਼ ਉੱਪਰ ਤੁਸੀਂ ਕੰਮ ਕਰਨਾ ਹੈ ਜਾਂ ਚੱਲਣਾ ਹੈ ਉਹ ਰੁਕਾਵਟਾਂ ਰਹਿਤ ਹੋਣਾ ਚਾਹੀਦਾ ਹੈ। ਹੁਣ ਅਸੀਂ ਨੈਕਸਟ ਗੱਲ ਕਰਾਂਗੇ ਟੂਲਸ ਐਂਡ ਮਸ਼ੀਨਰੀ ਪੁਟਿੰਗ ਸੇਫਟੀ ਫਸਟ। ਕੋਈ ਵੀ ਮਸ਼ੀਨ ਦੀ ਵਰਤੋਂ ਕਰਦੇ ਹੋਏ ਜਾਂ ਟੂਲਸ ਜਾਂ ਔਜ਼ਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਆਪਣੀ ਸੇਫਟੀ ਵੱਲ ਧਿਆਨ ਦਿਓ। ਮਸ਼ੀਨਰੀ ਦੀ ਵਰਤੋਂ ਕੇਵਲ ਤਾਂ ਹੀ ਕਰੋ ਜੇ ਸਾਨੂੰ ਉਸ ਦੀ ਸਿਖਲਾਈ ਪ੍ਰਾਪਤ ਹੈ ਜਾਂ ਤੁਸੀਂ ਉਸ ਦੇ ਬਾਰੇ ਸੁਚੇਤ ਹੋ। ਸੰਬੰਧਿਤ ਕਾਰਜ ਲਈ ਹਮੇਸ਼ਾ ਉਚਿਤ ਟੂਲ ਦੀ ਵਰਤੋਂ ਹੀ ਕਰੋ। ਕੋਈ ਵੀ ਅਣਉਚਿਤ ਟੂਲ ਕਿਸੇ ਵੀ ਕੰਮ ਲਈ ਨਾ ਵਰਤ ਕਰੋ। ਆਪਣੇ ਔਜ਼ਾਰਾਂ ਨੂੰ ਸਾਫ਼ ਕਰੋ ਅਤੇ ਉਹਨਾਂ ਨੂੰ ਵਧੀਆ ਕੰਮਕਾਜੀ ਕ੍ਰਮ ਵਿੱਚ ਰੱਖੋ। ਆਪਣੇ ਔਜ਼ਾਰਾਂ ਦਾ ਪ੍ਰਬੰਧਨ ਕਰੋ ਅਤੇ ਲਾਪਰਵਾਹ ਨਾ ਬਣੋ। ਕੋਈ ਗਲਤ ਵਸਤੂ ਦੇ ਕਰਕੇ ਆਸਾਨੀ ਨਾਲ ਤਿਲਕ ਸਕਦਾ ਹੈ ਜਾਂ ਉਸ ਨਾਲ ਉਹ ਸਾਨੂੰ ਮਾਰ ਦੇ ਸਕਦਾ ਹੈ। ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਦੀ ਤੁਹਾਨੂੰ ਸਿਖਲਾਈ ਪ੍ਰਾਪਤ ਨਹੀਂ ਹੈ। ਤੁਸੀਂ ਖਤਰਿਆਂ ਦੇ ਨਾਲ ਨਾਲ ਹੀ ਇਸ ਨੂੰ ਘੱਟ ਕਰਨਾ ਜਾਂ ਖਤਮ ਕਰਨਾ ਕਿਵੇਂ ਹੈ, ਜਦ ਤੱਕ ਉਸ ਦੇ ਬਾਰੇ ਨਹੀਂ ਜਾਣਦੇ ਤਾਂ ਉਹ ਵਰਕ ਕਦੇ ਵੀ ਨਾ ਕਰੋ। ਕਦੇ ਵੀ ਕਿਸੇ ਮਸ਼ੀਨਰੀ ਨੂੰ ਬਿਨਾਂ ਧਿਆਨ ਨਾ ਛੱਡੋ। ਕਦੇ ਵੀ ਉਹਨਾਂ ਸੁਰੱਖਿਆ ਗਾਰਡਾਂ ਨੂੰ ਨਾ ਹਟਾਓ ਜੋ ਤੁਹਾਡੀ ਅਤੇ ਤੁਹਾਡੇ ਆਸ-ਪਾਸ ਦੇ ਖੇਤਰ ਦੀ ਰੱਖਿਆ ਕਰਨ ਲਈ ਸਥਾਪਿਤ ਹੁੰਦੇ ਹਨ। ਹੁਣ ਨੈਕਸਟ ਅਸੀਂ ਗੱਲ ਕਰਾਂਗੇ ਉਹ ਇੰਸਟਰਕਸ਼ਨਸ ਜਿਨ੍ਹਾਂ ਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਹੈ। ਜੇ ਕੁਝ ਗਲਤ ਹੈ ਤਾਂ ਮਸ਼ੀਨ ਨੂੰ ਬੰਦ ਕਰ ਦਿਓ ਅਤੇ ਸਹਾਇਤਾ ਪ੍ਰਾਪਤ ਕਰੋ। ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਮਸ਼ੀਨਰੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਤਾਂ ਉਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਸੁਪਰਵਾਈਜ਼ਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਆਪਣੇ ਸਥਾਨ ਅਤੇ ਪ੍ਰਕਿਰਿਆ ਬਾਰੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿੱਥੇ ਹੋ। ਕਦੇ ਵੀ ਕਿਸੇ ਭਾਰੀ ਮਸ਼ੀਨ ਦੇ ਸਾਹਮਣੇ ਨਾ ਚੱਲੋ। ਹੋ ਸਕਦਾ ਹੈ ਕਿ ਉਹ ਮਸ਼ੀਨ ਸੁਪਰਵਾਈਜ਼ਰ ਜਾਂ ਆਪਰੇਟਰ ਦੇ ਕੰਟਰੋਲ ਵਿੱਚ ਨਾ ਰਹੇ ਅਤੇ ਉਸ ਨਾਲ ਤੁਹਾਨੂੰ ਨੁਕਸਾਨ ਪਹੁੰਚ ਜਾਵੇ। ਹਮੇਸ਼ਾ ਲੇਬਲਾਂ ਅਤੇ ਹਦਾਇਤਾਂ ਨੂੰ ਪੜ੍ਹੋ ਜੋ ਤੁਹਾਨੂੰ ਸੰਭਾਵਿਤ ਖਤਰਿਆਂ ਤੋਂ ਸੁਚੇਤ ਕਰਦੀਆਂ ਹਨ। ਜਦ ਤੱਕ ਤੁਹਾਡਾ ਕੰਮ ਨਾ ਹੋਵੇ ਕਦੇ ਵੀ ਕੋਈ ਬਿਜਲੀ ਦੀਆਂ ਤਾਰਾਂ, ਸਵਿੱਚਾਂ ਜਾਂ ਅਜਿਹੀਆਂ ਹੋਰ ਖਤਰਨਾਕ ਚੀਜ਼ਾਂ ਨਾਲ
ਛੇੜਛਾੜ ਨਾ ਕਰੋ। ਸਹੀ ਅਤੇ ਸੰਚਿਤ ਕੱਪੜੇ ਪਹਿਨੋ। ਢਿੱਲੇ ਜਾਂ ਲਟਕਦੇ ਕੱਪੜੇ ਜਿਵੇਂ ਟਾਈ, ਈਅਰਿੰਗ, ਬ੍ਰੈਸਲੇਟ, ਢਿੱਲੀਆਂ ਆਸਤੀਨਾਂ ਆਦਿ ਆਸਾਨੀ ਨਾਲ ਹਿੱਲਦੇ ਪੁਰਜਿਆਂ ਦੇ ਵਿੱਚ ਜਾਂ ਮਸ਼ੀਨਾਂ ਦੇ ਵਿੱਚ ਫਸ ਸਕਦੀਆਂ ਹਨ, ਜਿਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਗਤੀਸ਼ੀਲ ਮਸ਼ੀਨਰੀ ਵਿੱਚ ਕਦੇ ਵੀ ਉਂਗਲਾਂ ਜਾਂ ਕੋਈ ਹੋਰ ਵਸਤੂਆਂ ਨੂੰ ਦਾਖਲ ਨਾ ਕਰੋ। ਜਦੋਂ ਤੁਸੀਂ ਕਿਸੇ ਮਸ਼ੀਨ ਦੀ ਸਫਾਈ ਜਾਂ ਤੇਲ ਜਾਂ ਇਸ ਨੂੰ ਹਿਲਾਉਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਮਸ਼ੀਨ ਨੂੰ ਜਾਂ ਹੋਰ ਸਮੱਗਰੀ ਨੂੰ ਪਹਿਲਾਂ ਬੰਦ ਕਰ ਦਿਓ। ਨੈਕਸਟ ਅਸੀਂ ਦੇਖਾਂਗੇ ਆਲਵੇਜ਼ ਵੀਅਰ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ। ਅਸੀਂ ਖੁਦ ਦੀ ਸੁਰੱਖਿਆ ਲਈ ਵਰਤੇ ਜਾਣ ਵਾਲੇ ਇਕਵਿਪਮੈਂਟਸ ਨੂੰ ਹਮੇਸ਼ਾ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਹਮੇਸ਼ਾ ਆਪਣੀ ਨੌਕਰੀ ਦੇ ਅਨੁਸਾਰ ਢੁਕਵੇਂ ਕੱਪੜੇ ਅਤੇ ਜੁੱਤੇ ਪਹਿਨਣੇ ਚਾਹੀਦੇ ਹਨ। ਅੱਗ ਬੁਝਾਉਣ ਵਾਲੇ ਯੰਤਰ ਲਾਜ਼ਮੀ ਤੌਰ 'ਤੇ ਉਪਲਬਧ ਹੋਣੇ ਚਾਹੀਦੇ ਹਨ ਅਤੇ ਆਸਾਨੀ ਨਾਲ ਪ੍ਰਾਪਤ ਕਰਨ ਯੋਗ ਹੋਣੇ ਚਾਹੀਦੇ ਹਨ। ਅੱਗ ਬੁਝਾਊ ਯੰਤਰਾਂ ਤੱਕ ਪਹੁੰਚ ਆਸਾਨੀ ਨਾਲ ਹੋਣੀ ਚਾਹੀਦੀ ਹੈ। ਮੁੱਢਲੀ ਸਹਾਇਤਾ ਕਿੱਟਾਂ ਲਾਜ਼ਮੀ ਤੌਰ 'ਤੇ ਉਪਲਬਧ ਹੋਣੀਆਂ ਚਾਹੀਦੀਆਂ ਹਨ ਅਤੇ ਆਸਾਨੀ ਨਾਲ ਉਪਲਬਧ ਜਾਂ ਪ੍ਰਾਪਤ ਕਰਨ ਯੋਗ ਹੋਣੀਆਂ ਚਾਹੀਦੀਆਂ ਹਨ। ਕਦੇ ਵੀ ਸੁਰੱਖਿਆ ਡਿਵਾਈਸਾਂ ਨੂੰ ਨਾ ਹਟਾਓ ਜਾਂ ਛੇੜਛਾੜ ਨਾ ਕਰੋ। ਜੇ ਵਸਤੂਆਂ ਦੇ ਡਿੱਗਣ ਦਾ ਖਤਰਾ ਹੈ ਤਾਂ ਇੱਕ ਸਖਤ ਹੈਟ ਤੁਹਾਡੀ ਰੱਖਿਆ ਕਰੇਗੀ। ਹਮੇਸ਼ਾ ਇਹਨਾਂ ਇਕਵਿਪਮੈਂਟਸ ਨੂੰ ਵੇਅਰ ਕਰਕੇ ਰੱਖੋ ਜੋ ਤੁਹਾਡੀ ਸੇਫਟੀ ਲਈ ਹਨ। ਜੇ ਤੁਸੀਂ ਤਿੱਖੀਆਂ ਚੀਜ਼ਾਂ ਜਾਂ ਜ਼ਹਿਰੀਲੇ ਪਦਾਰਥ ਨਾਲ ਨਿਪਟ ਰਹੇ ਹੋ ਤਾਂ ਦਸਤਾਨੇ ਜ਼ਰੂਰ ਪਹਿਨੋ। ਜੇ ਤੁਹਾਡਾ ਕੋਈ ਅਜਿਹਾ ਕੰਮ ਹੈ ਜੋ ਅੱਖਾਂ ਲਈ ਖਤਰਾ ਪੈਦਾ ਕਰ ਸਕਦਾ ਹੈ ਤਾਂ ਸੇਫਟੀ ਐਨਕਾਂ ਜ਼ਰੂਰ ਪਹਿਨੋ। ਜੇ ਤੁਸੀਂ ਕਿਸੇ ਉੱਚ ਸਥਾਨ 'ਤੇ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਡਿੱਗਣ ਦਾ ਖਤਰਾ ਹੈ ਤਾਂ ਸੁਰੱਖਿਆ ਹਾਰਨਾਂ ਨੂੰ ਜ਼ਰੂਰ ਪਹਿਨਣਾ ਚਾਹੀਦਾ ਹੈ। ਹਰ ਸਮੇਂ ਸਾਹ ਲੈਣ ਵਾਲਾ ਮਾਸਕ ਜ਼ਰੂਰ ਪਹਿਨੋ, ਖਾਸ ਕਰਕੇ ਜੇ ਤੁਸੀਂ ਖਤਰਨਾਕ ਜਾਂ ਜ਼ਹਿਰੀਲੇ ਰਸਾਇਣਾਂ ਜਾਂ ਧੂਏ ਨਾਲ ਨਿਪਟਦੇ ਹੋ। ਜੇ ਤੁਹਾਡੇ ਕਾਰਜਸਥਾਨ ਵਿੱਚ ਹਵਾਦਾਰੀ ਘੱਟ ਹੈ, ਤੁਹਾਡੇ ਕਾਰਜਸਥਾਨ ਵਿੱਚ ਮਲਬਾ, ਧੂੜ ਅਤੇ ਹੋਰ ਉਡਣ ਵਾਲੇ ਕਣ ਹਨ। ਸੁਰੱਖਿਅਤ ਸਾਜੋ ਸਮਾਨ ਪਹਿਨੋ ਜਿਵੇਂ ਕਿ ਸੀਟ ਬੈਲਟਾਂ, ਸੁਰੱਖਿਅਤ ਐਨਕਾਂ, ਰੱਖਿਆਤਮਕ ਕੱਪੜੇ, ਹੈੱਡ ਗੀਅਰ, ਫੁੱਟ ਗੀਅਰ, ਸੁਰੱਖਿਆ ਹਾਰਨ ਆਦਿ। ਇਹ ਸਾਰੇ ਸਾਡੀ ਪ੍ਰੋਟੈਕਸ਼ਨ ਲਈ ਜ਼ਰੂਰੀ ਹਨ। ਹੁਣ ਅਸੀਂ ਦੇਖਾਂਗੇ ਕਿਸੇ ਵੀ ਵਰਕ ਪਲੇਸ ਉੱਪਰ ਸਾਡੀ ਸਹੀ ਹੈਲਥ ਰੱਖਣ ਲਈ ਕਿਹੜੀਆਂ ਗੁੱਡ ਹੈਬਿਟਸ ਹੋ ਸਕਦੀਆਂ ਹਨ ਜੋ ਸਾਨੂੰ ਹਮੇਸ਼ਾ ਫੋਲੋ ਕਰਦੇ ਰਹਿਣਾ ਚਾਹੀਦਾ ਹੈ, ਜਿਸ ਦੇ ਵਿੱਚ ਗੈਟ ਅਪ ਐਂਡ ਮੂਵ, ਟੇਕ ਰੈਗੂਲਰ ਬ੍ਰੇਕ, ਮੇਨਟੇਨ ਗੁੱਡ ਪੋਸਚਰ, ਮੈਨੇਜ ਸਟ੍ਰੈਸ, ਕੀਪ ਹਾਈਡਰੇਟਡ, ਟੇਕ ਹੈਲਦੀ ਫੂਡ, ਅਵੋਇਡ ਜੰਕ ਫੂਡ, ਕੀਪ ਕਲੀਨ, ਡੈਕੋਰੇਟ ਯੂਅਰ ਡੈਸਕ, ਅਵੋਇਡ ਅਲਕੋਹਲ, ਤੰਬਾਕੂ ਐਂਡ ਡਰੱਗਸ। ਆਓ ਇਹਨਾਂ ਨੂੰ ਹੋਰ ਡਿਟੇਲ ਦੇ ਵਿੱਚ ਜਾਣਦੇ ਹਾਂ। ਸਭ ਤੋਂ ਪਹਿਲਾਂ ਗੈਟ ਅਪ ਐਂਡ ਮੂਵ। ਅਗਰ ਤੁਹਾਡਾ ਕੰਮ ਹਮੇਸ਼ਾ ਜ਼ਿਆਦਾ ਟਾਈਮ ਲਈ ਬੈਠਣ ਦਾ ਹੀ ਹੈ ਤਾਂ ਸਾਨੂੰ ਥੋੜ੍ਹਾ ਚੱਲਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਸਾਡੀ ਪਿੱਠ ਜਾਂ ਸਾਡੀ ਮਸਲਸ ਦੇ ਉੱਪਰ ਜ਼ਿਆਦਾ ਪ੍ਰਭਾਵ ਨਹੀਂ ਪਏਗਾ। ਸਾਨੂੰ ਆਪਣੇ ਵਰਕ ਦੇ ਉੱਪਰ ਸ਼ਾਰਟ ਬ੍ਰੇਕਸ ਲੈ ਕੇ ਸਾਨੂੰ ਉੱਠਣਾ ਅਤੇ ਇੱਧਰ ਉੱਧਰ ਚੱਲਦੇ ਰਹਿਣਾ ਚਾਹੀਦਾ ਹੈ। ਨੈਕਸਟ ਹੈ ਟੇਕ ਰੈਗੂਲਰ ਬ੍ਰੇਕਸ। ਸਾਨੂੰ ਆਪਣੇ ਕੰਮ ਦੇ ਵਿੱਚ ਛੋਟੀਆਂ ਬ੍ਰੇਕਸ ਲੈਣੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡਾ ਮੈਂਟਲੀ ਮਾਈਂਡ ਵੀ ਸੈੱਟ ਰਹਿੰਦਾ ਹੈ ਅਤੇ ਅਸੀਂ ਆਪਣੇ ਕੰਮ ਨੂੰ ਵੀ ਹੋਰ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਅਗਲੀ ਜਿਹੜੀ ਹੈਬਿਟ ਹੈ ਉਹ ਹੈ ਮੇਨਟੇਨ ਗੁੱਡ ਪੋਸਚਰ। ਸਾਨੂੰ ਐਰਗੋਨੋਮਿਕਸ ਸਟੱਡੀ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਦੱਸਦੀ ਹੈ ਕਿ ਸਾਡੇ ਵਰਕ ਪਲੇਸ ਉੱਪਰ ਸਾਡੇ ਕੰਮ ਕਰਦੇ ਟਾਈਮ ਸਾਡਾ ਬਾਡੀ ਦਾ ਪੋਸਚਰ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਚਾਹੇ ਅਸੀਂ ਖੜੇ ਹੋ ਕੇ ਕੋਈ ਕੰਮ ਕਰ ਰਹੇ ਹਾਂ, ਚਾਹੇ ਅਸੀਂ ਬੈਠ ਕੇ ਕੰਮ ਕਰ ਰਹੇ ਹਾਂ। ਤੁਸੀਂ ਇਹਨਾਂ ਪਿਕਚਰਸ ਦੇ ਵਿੱਚ ਦੇਖ ਸਕਦੇ ਹੋ ਕਿ ਸਾਡਾ ਇੱਕ ਸਹੀ ਬਾਡੀ ਪੋਸਚਰ ਕੀ ਹੈ। ਇਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਾਂਗੇ ਮੈਨੇਜ ਸਟ੍ਰੈਸ। ਕਿਸੇ ਵੀ ਕੰਮ ਕਰਨ ਵਾਲੀ ਜਗ੍ਹਾ 'ਤੇ ਉਸਦੇ ਕਰਮਚਾਰੀਆਂ ਨੂੰ ਬਹੁਤ ਸਾਰੇ ਦਿਮਾਗੀ ਸਟ੍ਰੈਸ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਸਟ੍ਰੈਸ ਨੂੰ ਕਿਵੇਂ ਮੈਨੇਜ ਕਰਨਾ ਹੈ ਅਤੇ ਕਿਵੇਂ ਉਸ ਨੂੰ ਕੰਟਰੋਲ ਕਰਕੇ ਆਪਣੇ ਕੰਮ ਨੂੰ ਈਜ਼ੀ ਬਣਾਉਣਾ ਹੈ ਅਤੇ ਆਪਣੇ ਦਿਮਾਗ ਉੱਪਰ ਲੋਡ ਨਹੀਂ ਪੈਣ ਦੇਣਾ। ਇਸ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਯੋਗ ਵਗੈਰਾ ਦੀ ਵਰਤੋਂ ਕਰ ਸਕਦੇ ਹਾਂ। ਨੈਕਸਟ ਹੈ ਕੀਪ ਹਾਈਡਰੇਟਡ। ਸਾਨੂੰ ਸਹੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਟੇਕ ਹੈਲਦੀ ਫੂਡਸ। ਸਾਨੂੰ ਹਮੇਸ਼ਾ ਵਧੀਆ ਹੈਲਦੀ ਫੂਡ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਚਾਹੇ ਉਹ ਬ੍ਰੇਕਫਾਸਟ ਹੋਵੇ ਚਾਹੇ ਉਹ ਲੰਚ ਹੋਵੇ। ਸਾਨੂੰ ਡਿਨਰ ਵਿੱਚ ਬਹੁਤ ਘੱਟ ਫੂਡ ਲੈਣਾ ਚਾਹੀਦਾ ਹੈ। ਜਿਵੇਂ ਕਿ ਇੱਕ ਕਹਾਵਤ ਹੈ ਕਿ ਸਾਨੂੰ ਬ੍ਰੇਕਫਾਸਟ ਇੱਕ ਰਾਜੇ ਦੀ ਤਰ੍ਹਾਂ ਖਾਣਾ ਚਾਹੀਦਾ ਹੈ ਅਤੇ ਲੰਚ ਸਾਨੂੰ ਇੱਕ ਆਮ ਆਦਮੀ ਦੀ ਤਰ੍ਹਾਂ ਕਰਨਾ ਚਾਹੀਦਾ ਅਤੇ ਡਿਨਰ ਇੱਕ ਸਾਨੂੰ ਭਿਖਾਰੀ ਦੀ ਤਰ੍ਹਾਂ ਹੀ ਲੈਣਾ ਚਾਹੀਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਨੈਕਸਟ ਅਸੀਂ ਦੇਖਾਂਗੇ ਅਵੋਇਡ ਜੰਕ ਫੂਡਸ। ਸਾਨੂੰ ਜਿੰਨੇ ਵੀ ਜੰਕ ਫੂਡਸ ਜਾਂ ਫਾਸਟ ਫੂਡ ਨੇ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਸਾਬਿਤ ਹੁੰਦੇ ਹਨ। ਨੈਕਸਟ ਕੀਪ ਕਲੀਨ। ਸਾਨੂੰ ਖੁਦ ਨੂੰ, ਆਪਣੇ ਸਰੀਰ ਨੂੰ, ਆਪਣੇ ਵਰਕ ਏਰੀਆ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਇਸ ਨਾਲ ਸਾਡੀ ਸਿਹਤ ਉੱਪਰ ਬਹੁਤ ਫਰਕ ਪੈਂਦਾ ਹੈ। ਨੈਕਸਟ ਅਸੀਂ ਦੇਖਾਂਗੇ ਡੈਕੋਰੇਟ ਯੂਅਰ ਡੈਸਕ। ਸਾਡੇ ਮਾਈਂਡ ਨੂੰ ਸੈੱਟ ਰੱਖਣ ਲਈ ਜਾਂ ਇੱਕ ਕੰਮ ਕਰਨ ਵਾਲੀ ਜਗ੍ਹਾ ਉੱਪਰ ਸਾਨੂੰ ਸਾਡੇ ਵਰਕ ਵਾਲੇ ਡੈਸਕ ਨੂੰ ਡਿਜ਼ਾਈਨ ਕਰਨਾ ਚਾਹੀਦਾ ਹੈ, ਡੈਕੋਰੇਟ ਕਰਕੇ ਰੱਖਣਾ ਚਾਹੀਦਾ ਹੈ। ਇਸ ਲਈ ਅਸੀਂ ਛੋਟੇ ਛੋਟੇ ਪਲਾਂਟਸ ਦੀ ਵਰਤੋਂ ਵੀ ਕਰ ਸਕਦੇ ਹਾਂ, ਜਿਸ ਨਾਲ ਸਾਡੀ ਅੱਖਾਂ ਨੂੰ ਅਤੇ ਸਾਡੇ ਮਾਈਂਡ ਨੂੰ ਸਕੂਨ ਮਿਲਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਾਲ ਸਾਹਮਣੇ ਵਾਲੀ ਉਹ ਗ੍ਰੀਨ ਕਲਰ ਦੇ ਵਿੱਚ ਹੋਵੇ। ਨੈਕਸਟ ਅਸੀਂ ਗੱਲ ਕਰਾਂਗੇ ਅਵੋਇਡ ਅਲਕੋਹਲ, ਤੰਬਾਕੂ ਐਂਡ ਡਰੱਗਸ ਇਸ ਦੇ ਇਫੈਕਟਸ ਬਾਰੇ। ਅਲਕੋਹਲ, ਡਰੱਗਸ ਐਂਡ ਤੰਬਾਕੂ, ਨਸ਼ਾ ਕੋਈ ਵੀ ਹੋਵੇ, ਇਸ ਦੇ ਬਹੁਤ ਬੁਰੇ ਪ੍ਰਭਾਵ ਹੁੰਦੇ ਹਨ। ਇਸ ਨਾਲ ਪੈਸੇ ਅਤੇ ਸਿਹਤ ਦੀ ਬਰਬਾਦੀ ਹੁੰਦੀ ਹੈ। ਇਹਨਾਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਕਿ ਐਮਫਿਸਮ, ਫੇਫੜਿਆਂ ਦਾ ਕੈਂਸਰ, ਲਿੰਗ ਦਾ ਵਿਕਾਰ, ਰਿੰਕਲਸ, ਝੁਰੜੀਆਂ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ, ਜਿਗਰ ਦਾ ਸਿਰੋਸਿਸ। ਇਸ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਅਤੇ ਗਲੇ ਦਾ ਕੈਂਸਰ ਆਦਿ ਹੋ ਸਕਦੇ ਹਨ। ਸਾਨੂੰ ਕਿਸੇ ਵੀ ਵਰਕ ਪਲੇਸ ਉੱਪਰ ਅਲਕੋਹਲ, ਤੰਬਾਕੂ ਜਾਂ ਡਰੱਗਸ ਨੂੰ ਬਿਲਕੁਲ ਅਵੋਇਡ ਕਰਨਾ ਚਾਹੀਦਾ ਹੈ। ਇਹ ਸਾਡੀ ਸਿਹਤ ਲਈ ਅਤੇ ਇੱਕ ਕੰਮ ਕਰਨ ਵਾਲੀ ਜਗ੍ਹਾ ਲਈ ਉਸਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਕਦਮ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸੇਫਟੀ ਸਾਇੰਸ। ਕਿਸੇ ਵੀ ਵਰਕ ਪਲੇਸ ਉੱਪਰ ਸਿਹਤ ਅਤੇ ਸੁਰੱਖਿਆ ਨਾਲ ਜੁੜੇ ਹੋਏ ਸੰਕੇਤ। ਇਹਨਾਂ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ, ਪਹਿਲਾ ਜੋ ਸਾਈਨ ਹੈ ਉਸ ਨੂੰ ਅਸੀਂ ਮਨਾਹੀ ਦਾ ਸਾਈਨ ਜਾਂ ਪ੍ਰੋਵੀਸ਼ਨ ਸਾਈਨ ਕਹਿੰਦੇ ਹਾਂ। ਮਨਾਹੀ ਦੇ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ ਜਿਹੜੇ ਤੁਹਾਨੂੰ ਕੁਝ ਨਾ ਕਰਨ ਦੇ ਸੰਕੇਤ ਦਿੰਦੇ ਹਨ, ਜਿਵੇਂ ਕਿ ਖਤਰੇ ਦੇ ਸੰਕੇਤ, ਨੋ ਪਾਰਕਿੰਗ ਦੇ ਸੰਕੇਤ। ਇਹਨਾਂ ਚਿੰਨ੍ਹਾਂ ਦਾ ਸੰਬੰਧ ਲਾਲ ਰੰਗ ਨਾਲ ਹੁੰਦਾ ਹੈ। ਇਹਨਾਂ ਚਿੰਨ੍ਹਾਂ ਵਿੱਚ ਕਾਲੇ ਰੰਗ ਦੀ ਤਸਵੀਰ ਅਤੇ ਸਫੇਦ ਰੰਗ ਦਾ ਬੈਕਗਰਾਊਂਡ ਹੁੰਦਾ ਹੈ, ਜਿਸ ਦੇ ਦੁਆਲੇ ਇੱਕ ਲਾਲ ਰੰਗ ਦਾ ਗੋਲਾਕਾਰ ਅਤੇ ਉੱਪਰ ਵਿਕਰਨ ਰੇਖਾ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੈਂਡੇਟਰੀ ਸਾਈਨਸ ਬਾਰੇ। ਮੈਂਡੇਟਰੀ ਸਾਈਨ ਜਾਂ ਫਿਰ ਲਾਜ਼ਮੀ ਚਿੰਨ੍ਹ। ਲਾਜ਼ਮੀ ਚਿੰਨ੍ਹ ਉਹ ਹੁੰਦੇ ਹਨ ਜਿਹੜੇ ਤੁਹਾਨੂੰ ਕੁਝ ਕਰਨ ਲਈ ਸੰਕੇਤ ਦਿੰਦੇ ਹਨ। ਇਹ ਚਿੰਨ੍ਹ ਆਕਾਰ ਵਿੱਚ ਗੋਲ ਆਕਾਰ ਦੇ ਹੁੰਦੇ ਹਨ। ਇਹਨਾਂ ਚਿੰਨ੍ਹਾਂ ਵਿੱਚ ਸਫੇਦ ਰੰਗ ਦੀ ਤਸਵੀਰ ਅਤੇ ਨੀਲੇ ਰੰਗ ਦਾ ਬੈਕਗਰਾਊਂਡ ਹੁੰਦਾ ਹੈ, ਜਿਵੇਂ ਕਿ ਸਪੀਡ ਲਿਮਟ, ਟਰਨ ਰਾਈਟ ਆਦਿ। ਨੈਕਸਟ ਜੋ ਸਾਈਨ ਹੈ ਉਹ ਹੈ ਵਾਰਨਿੰਗ ਸਾਈਨਸ ਜਾਂ ਫਿਰ ਚੇਤਾਵਨੀ ਦੇ ਚਿੰਨ੍ਹ। ਚੇਤਾਵਨੀ ਦੇ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ ਜਿਹੜੇ ਤੁਹਾਨੂੰ ਖਤਰਿਆਂ ਤੋਂ ਚੇਤਾਵਨੀ ਦਿੰਦੇ ਹਨ। ਇਹਨਾਂ ਚਿੰਨ੍ਹਾਂ ਨਾ ਹੀ ਕੁਝ ਕਰਨ ਲਈ ਅਤੇ ਨਾ ਹੀ ਕੁਝ ਨਾ ਕਰਨ ਲਈ ਦਰਸਾਉਂਦੇ ਹਨ। ਇਹਨਾਂ ਚਿੰਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਤੁਹਾਨੂੰ ਖਤਰੇ ਬਾਰੇ ਸੁਚੇਤ ਕਰਨਾ ਹੁੰਦਾ ਹੈ। ਇਹ ਚਿੰਨ੍ਹ ਆਕਾਰ ਵਿੱਚ
ਤਿਕੋਣੇ ਹੁੰਦੇ ਹਨ। ਇਹਨਾਂ ਚਿੰਨ੍ਹਾਂ ਵਿੱਚ ਕਾਲੇ ਰੰਗ ਦੀ ਤਸਵੀਰ ਅਤੇ ਬੈਕਗਰਾਉਂਡ ਪੀਲੇ ਰੰਗ ਦਾ ਹੁੰਦਾ ਹੈ। ਅਗਲਾ ਜੋ ਸਾਈਨ ਹੈ ਉਹ ਹੈ ਫਾਇਰ ਇਕੁਇਪਮੈਂਟ ਸਾਈਨ ਜਾਂ ਫਿਰ ਅੱਗ ਉਪਕਰਨ ਦੇ ਚਿੰਨ੍ਹ। ਅੱਗ ਉਪਕਰਨ ਦੇ ਚਿੰਨ੍ਹ ਤੁਹਾਨੂੰ ਇਹ ਦਰਸਾਉਂਦੇ ਹਨ ਕਿ ਅੱਗ ਦਾ ਉਪਕਰਨ ਕਿੱਥੇ ਮੌਜੂਦ ਹੈ। ਇਹ ਚਿੰਨ੍ਹ ਆਇਤਾਕਾਰ ਜਾਂ ਵਰਗਕਾਰ ਹੁੰਦੇ ਹਨ। ਇਹਨਾਂ ਚਿੰਨ੍ਹਾਂ ਵਿੱਚ ਸਫੇਦ ਰੰਗ ਦੀ ਤਸਵੀਰ ਅਤੇ ਲਾਲ ਰੰਗ ਦਾ ਬੈਕਗਰਾਉਂਡ ਹੁੰਦਾ ਹੈ। ਅਗਲਾ ਜੋ ਸਾਈਨ ਹੈ ਸੁਰੱਖਿਆ ਸਥਿਤੀ ਦੇ ਸਾਈਨ ਜਾਂ ਫਿਰ ਸੇਫ ਕੰਡੀਸ਼ਨ ਸਾਈਨ। ਸੇਫ ਕੰਡੀਸ਼ਨ ਸਾਈਨ ਜਾਂ ਸੁਰੱਖਿਆ ਸਥਿਤੀ ਦੇ ਸਾਈਨ ਉਹ ਹੁੰਦੇ ਹਨ ਜਿਹੜੇ ਲੋੜ ਪੈਣ 'ਤੇ ਖਤਰੇ ਤੋਂ ਬਚਾਉਣ ਦੇ ਤਰੀਕੇ ਦਰਸਾਉਂਦੇ ਹਨ। ਇਹਨਾਂ ਚਿੰਨ੍ਹਾਂ ਵਿੱਚ ਸਫੇਦ ਰੰਗ ਦੀ ਤਸਵੀਰ ਅਤੇ ਹਰੇ ਰੰਗ ਦਾ ਬੈਕਗਰਾਉਂਡ ਹੁੰਦਾ ਹੈ। ਇਹਨਾਂ ਚਿੰਨ੍ਹਾਂ ਦਾ ਆਕਾਰ ਆਇਤਾਕਾਰ ਜਾਂ ਵਰਗਾਕਾਰ ਹੋ ਸਕਦਾ ਹੈ। ਆਓ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪ੍ਰੋਪਰ ਡਿਸਪੋਜ਼ਲ ਸਿਸਟਮ ਫੋਰ ਵੇਸਟੇਜ। ਕੱਪੜਾ ਉਦਯੋਗ ਵਿੱਚ ਕਟਿੰਗ, ਸਟਿਚਿੰਗ, ਡਾਈਇੰਗ ਅਤੇ ਵਾਸ਼ਿੰਗ ਆਦਿ ਹੋਰ ਪ੍ਰਕਿਰਿਆ ਦੇ ਦੌਰਾਨ ਕੱਪੜੇ ਦੀ ਵੱਡੀ ਮਾਤਰਾ ਵਿੱਚ ਵੇਸਟੇਜ ਹੁੰਦੀ ਹੈ। ਇਸ ਵਿੱਚ ਕਟਿੰਗ ਰੂਮ ਦੀ ਵੇਸਟੇਜ, ਬੰਡਲਿੰਗ ਰੂਮ ਦੀ ਵੇਸਟੇਜ, ਡਾਈਇੰਗ ਤੇ ਵਾਸ਼ਿੰਗ ਰੂਮ ਦੀ ਵੇਸਟੇਜ, ਪ੍ਰਿੰਟਿੰਗ ਅਤੇ ਐਮਬਰਾਇਡਰੀ ਦੀ ਵੇਸਟੇਜ ਅਤੇ ਫਿਨਿਸ਼ਿੰਗ ਦੀ ਵੇਸਟੇਜ ਸ਼ਾਮਿਲ ਹੁੰਦੀ ਹੈ। ਇਹਨਾਂ ਵੇਸਟੇਜ ਨੂੰ ਰੋਕਣ ਲਈ ਅਸੀਂ 3 ਉਪਾਅ ਕਰ ਸਕਦੇ ਹਾਂ, ਜਿਨ੍ਹਾਂ ਵਿੱਚ ਰਿਡਿਊਸ, ਰੀਯੂਜ਼ ਤੇ ਰੀਸਾਈਕਲ। ਜੇਕਰ ਕਟਿੰਗ ਦੀ ਪ੍ਰਕਿਰਿਆ ਵਿੱਚ ਸੁਧਾਰ ਕੀਤਾ ਜਾਵੇ ਤਾਂ ਇਹ ਵੇਸਟੇਜ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਯਾਨੀ ਕਿ ਰਿਡਿਊਸ ਕੀਤਾ ਜਾ ਸਕਦਾ ਹੈ। ਵੇਸਟ ਮਟੀਰੀਅਲ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ, ਯਾਨੀ ਕਿ ਰੀਯੂਜ਼ ਵੀ ਕੀਤਾ ਜਾ ਸਕਦਾ ਹੈ। ਵੇਸਟ ਮਟੀਰੀਅਲ ਨੂੰ ਰੀਸਾਈਕਲ ਕਰਕੇ ਵੀ ਵਰਤਿਆ ਜਾ ਸਕਦਾ ਹੈ। ਨੈਕਸਟ ਅਸੀਂ ਦੇਖਾਂਗੇ ਫਸਟ ਏਡ ਬਾਰੇ। ਜਦੋਂ ਤੁਸੀਂ ਕਿਸੇ ਅਚਾਨਕ ਸੱਟ ਜਾਂ ਬਿਮਾਰੀ ਦਾ ਸਾਹਮਣਾ ਕਰ ਰਹੇ ਕਿਸੇ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹੋ ਤਾਂ ਉਸ ਨੂੰ ਮੁੱਢਲੀ ਸਹਾਇਤਾ ਵਜੋਂ ਜਾਣਿਆ ਜਾਂਦਾ ਹੈ। ਮੁੱਢਲੀ ਸਹਾਇਤਾ ਬਾਰੇ ਹੋਰ ਜਾਣਾਂਗੇ। ਕੁਝ ਮਾਮਲਿਆਂ ਦੇ ਵਿੱਚ ਮੁੱਢਲੀ ਸਹਾਇਤਾ ਵਿੱਚ ਕਿਸੇ ਡਾਕਟਰ ਸੰਕਟਕਾਲੀਨ ਦੇ ਵਿਚਕਾਰ ਕਿਸੇ ਨੂੰ ਪ੍ਰਦਾਨ ਕੀਤੀ ਸ਼ੁਰੂਆਤੀ ਸਹਾਇਤਾ ਸ਼ਾਮਲ ਹੁੰਦੀ ਹੈ। ਇਹ ਸਹਾਇਤਾ ਉਹਨਾਂ ਨੂੰ ਤਦ ਤੱਕ ਜਿਉਂਦੇ ਰੱਖਣ ਵਿੱਚ ਮਦਦ ਕਰਦੀ ਹੈ ਜਦੋਂ ਤੱਕ ਪ੍ਰੋਫੈਸ਼ਨਲ ਮਦਦ ਨਹੀਂ ਪਹੁੰਚ ਜਾਂਦੀ। ਇਸ ਤੋਂ ਬਾਅਦ ਕਿਸੇ ਹੋਰ ਮਾਮਲੇ ਵਿੱਚ ਮੁੱਢਲੀ ਸਹਾਇਤਾ ਵਿੱਚ ਕਿਸੇ ਮਾਮੂਲੀ ਸੱਟ ਵਾਲੇ ਵਿਅਕਤੀ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਵੀ ਸ਼ਾਮਿਲ ਹੁੰਦੀ ਹੈ। ਉਦਾਹਰਨ ਲਈ ਮੁੱਢਲੀ ਸਹਾਇਤਾ ਅਕਸਰ ਉਹ ਸਭ ਕੁਝ ਹੁੰਦਾ ਹੈ ਜਿਸ ਦੀ ਲੋੜ ਛੋਟੀਆਂ ਜਲਣਾਂ, ਕੱਟਾਂ ਅਤੇ ਕੀੜਿਆਂ ਦੇ ਡੰਗਾਂ ਦਾ ਇਲਾਜ ਕਰਨ ਲਈ ਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਮੁੱਢਲੀ ਸਹਾਇਤਾ ਸਿਰਫ ਵੱਡੇ ਲੈਵਲ 'ਤੇ ਹੀ ਨਹੀਂ, ਛੋਟੀਆਂ ਸੱਟਾਂ ਜਾਂ ਮਾਮੂਲੀ ਸੱਟਾਂ ਟਾਈਮ ਵੀ ਅਸੀਂ ਦੂਸਰੇ ਪਰਸਨ ਨੂੰ ਦਿੰਦੇ ਹਾਂ। ਇਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਾਂਗੇ 3 ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਸਟੈਪਸ ਕਿਹੜੇ ਹੋਣੇ ਚਾਹੀਦੇ ਆ। ਜੇ ਤੁਸੀਂ ਕਿਸੇ ਸੰਕਟਕਾਲੀਨ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਹਨਾਂ 3 ਮੁੱਢਲੇ ਕਦਮਾਂ ਦੀ ਪਾਲਣਾ ਕਰੋ। ਸਭ ਤੋਂ ਪਹਿਲਾਂ ਕਿਹੜਾ ਸਟੈਪ ਹੈ ਇਸ ਦੇ ਵਿੱਚ, ਚੈੱਕ ਦੀ ਸੀਨ ਆਫ ਡੇਂਜਰ। ਜਿਸ ਜਗ੍ਹਾ ਦੇ ਉੱਪਰ ਤੁਸੀਂ ਘਟਨਾ ਵਾਪਰੀ ਹੈ ਉਸ ਸਮੇਂ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਸਾਨੂੰ ਆਸ-ਪਾਸ ਕੋਈ ਖਤਰਾ ਤਾਂ ਨਹੀਂ, ਜਿਵੇਂ ਅੱਗ ਦੇ ਚਿੰਨ੍ਹ ਤਾਂ ਨਹੀਂ, ਜਾਂ ਡਿੱਗਦਾ ਹੋਇਆ ਮਲਬਾ ਤਾਂ ਨਹੀਂ, ਜਾਂ ਕੋਈ ਹਿੰਸਕ ਲੋਕ ਤਾਂ ਨਹੀਂ। ਜੇ ਤੁਹਾਨੂੰ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਆਪਣੇ ਆਪ ਨੂੰ ਉਸ ਖੇਤਰ ਤੋਂ ਪਰੇ ਹਟਾ ਲਓ ਅਤੇ ਹੋਰਾਂ ਨੂੰ ਮਦਦ ਲਈ ਬੁਲਾਓ। ਜੇ ਦ੍ਰਿਸ਼ ਸੁਰੱਖਿਅਤ ਹੈ ਤਾਂ ਬਿਮਾਰ ਜਾਂ ਜ਼ਖਮੀ ਵਿਅਕਤੀ ਦੀ ਹਾਲਤ ਦਾ ਮੁਲਾਂਕਣ ਕਰੋ। ਉਸ ਨੂੰ ਉਦੋਂ ਤੱਕ ਨਾ ਹਿਲਾਓ ਜਦ ਤੱਕ ਤੁਹਾਨੂੰ ਉਸ ਨੂੰ ਖਤਰੇ ਤੋਂ ਬਚਾਉਣ ਲਈ ਅਜਿਹਾ ਕਰਨਾ ਲਾਜ਼ਮੀ ਨਾ ਹੋਵੇ। ਦੂਸਰਾ ਸਟੈਪ, ਕਾਲ ਦੀ ਮੈਡੀਕਲ ਹੈਲਪ ਇਫ ਨੀਡਡ। ਜੇ ਲੋੜ ਪਵੇ ਤਾਂ ਡਾਕਟਰੀ ਮਦਦ ਦੀ ਕਾਲ ਕਰੋ। ਜੇ ਤੁਹਾਨੂੰ ਸ਼ੱਕ ਹੈ ਕਿ ਬਿਮਾਰ ਜਾਂ ਜ਼ਖਮੀ ਵਿਅਕਤੀ ਨੂੰ ਕਿਸੇ ਐਮਰਜੈਂਸੀ ਡਾਕਟਰ ਦੀ ਸੰਭਾਲ ਦੀ ਲੋੜ ਹੈ ਤਾਂ ਕਿਸੇ ਨੇੜਲੇ ਵਿਅਕਤੀ ਨੂੰ 911 'ਤੇ ਕਾਲ ਕਰਨ ਜਾਂ ਸੰਕਟਕਾਲੀਨ ਡਾਕਟਰੀ ਸੇਵਾਵਾਂ ਵਾਸਤੇ ਸਥਾਨਕ ਨੰਬਰ ਉੱਤੇ ਕਾਲ ਕਰਨ ਲਈ ਕਹੋ। ਜੇਕਰ ਤੁਸੀਂ ਉਸ ਸਥਾਨ ਉੱਪਰ ਇਕੱਲੇ ਹੋ
ਤਾਂ ਆਪ ਹੀ ਕਾਲ ਕਰ ਲਵੋ। ਤੀਸਰਾ ਸਟੈਪ ਹੈ ਸੰਭਾਲ ਪ੍ਰਦਾਨ ਕਰਨਾ। ਜੇ ਤੁਸੀਂ ਸੁਰੱਖਿਅਤ ਤਰੀਕੇ ਨਾਲ ਅਜਿਹਾ ਕਰ ਸਕਦੇ ਹੋ ਤਾਂ ਬਿਮਾਰ ਜਾਂ ਜ਼ਖਮੀ ਵਿਅਕਤੀ ਦੇ ਨਾਲ ਤਦ ਤੱਕ ਰਹੋ ਜਦ ਤੱਕ ਉਸ ਨੂੰ ਕਿਸੇ ਪ੍ਰੋਫੈਸ਼ਨਲ ਡਾਕਟਰ ਦੀ ਮਦਦ ਨਹੀਂ ਪਹੁੰਚ ਜਾਂਦੀ। ਉਸ ਨੂੰ ਇੱਕ ਗਰਮ ਕੰਬਲ ਨਾਲ ਢੱਕ ਦਿਓ, ਉਸ ਨੂੰ ਦਿਲਾਸਾ ਦਿਓ ਅਤੇ ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਕੋਲ ਮੁੱਢਲੀ ਸਹਾਇਤਾ ਦੇ ਹੁਨਰ ਹਨ ਤਾਂ ਉਹਨਾਂ ਨੂੰ ਹੋਣ ਵਾਲੀਆਂ ਕਿਸੇ ਵੀ ਸੰਭਾਵਿਤ ਜਾਨਲੇਵਾ ਸੱਟਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰੋ। ਜੇ ਕਿਸੇ ਵੀ ਸਮੇਂ ਪ੍ਰਸਥਿਤੀ ਵਿੱਚ ਤੁਸੀਂ ਸੋਚਦੇ ਹੋ ਕਿ ਤੁਹਾਡੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਜਾਵੇ ਤਾਂ ਆਪਣੇ ਆਪ ਨੂੰ ਖਤਰੇ ਤੋਂ ਬਾਹਰ ਕੱਢੋ। ਨੈਕਸਟ ਹੈ ਫਸਟ ਏਡ ਕਿਟ। ਮੁੱਢਲੀ ਸਹਾਇਤਾ ਕਿਟ ਸੂਚੀ। ਤੁਹਾਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਤੁਹਾਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਕਦੋਂ ਹੋ ਸਕਦੀ ਹੈ। ਆਪਣੇ ਘਰਾਂ ਅਤੇ ਕਾਰ ਵਿੱਚ ਇੱਕ ਚੰਗੀ ਤਰ੍ਹਾਂ ਸਟਾਕ ਕੀਤੀ ਗਈ ਮੁੱਢਲੀ ਸਹਾਇਤਾ ਨੂੰ ਸਟੋਰ ਕਰਨ ਬਾਰੇ ਵਿਚਾਰ ਕਰਨ ਲਈ ਜਾਂ ਕੰਮ 'ਤੇ ਇੱਕ ਮੁੱਢਲੀ ਸਹਾਇਤਾ ਕਿੱਟ ਉਪਲਬਧ ਕਰਾਉਣ ਦਾ ਵਿਚਾਰ ਕਰਨਾ ਇੱਕ ਵਧੀਆ ਵਿਚਾਰ ਹੋ ਸਕਦਾ ਹੈ। ਤੁਸੀਂ ਕਈ ਸਾਰੀਆਂ ਮੁੱਢਲੀ ਸਹਾਇਤਾ ਸੰਸਥਾਵਾਂ, ਫਾਰਮੇਸੀਆਂ ਜਾਂ ਬਾਹਰੀ ਸਟੋਰਾਂ ਤੋਂ ਮੁੱਢਲੀ ਸਹਾਇਤਾ ਕਿੱਟਾਂ ਖਰੀਦ ਸਕਦੇ ਹੋ। ਵਿਕਲਪਿਕ ਤੌਰ 'ਤੇ ਤੁਸੀਂ ਕਿਸੇ ਫਾਰਮੇਸੀ ਤੋਂ ਖਰੀਦੇ ਗਏ ਉਤਪਾਦਨਾਂ ਦੀ ਵਰਤੋਂ ਕਰਕੇ ਆਪਣੀ ਖੁਦ ਦੀ ਮੁੱਢਲੀ ਸਹਾਇਤਾ ਕਿੱਟ ਵੀ ਤਿਆਰ ਕਰ ਸਕਦੇ ਹੋ। ਫਸਟ ਏਡ ਕਿੱਟ ਵਿੱਚ ਕੁਝ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੋਣੀਆਂ ਜ਼ਰੂਰੀ ਹੈ ਉਹਨਾਂ ਦੀ ਲਿਸਟ ਇਸ ਪ੍ਰਕਾਰ ਹੁੰਦੀ ਹੈ। ਧੰਨਵਾਦ।